ਮੈਂ ਹਰਵਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, GGD SD ਕਾਲਜ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ। ਅੱਜ ਮੈਂ ਤੁਹਾਡੇ ਨਾਲ ਰਾਤ ਦਾ ਸੰਦੇਸ਼ ਕਵਿਤਾ, ਜੋ ਕਿ ਧਨੀ ਰਾਮ ਚਾਤ੍ਰਿਕ ਜੀ ਦੁਆਰਾ ਰਚੀ ਗਈ ਹੈ, ਇਸ ਦੀ ਵਿਆਖਿਆ ਸੰਬੰਧੀ ਗੱਲ ਕਰਾਂਗੀ। ਇਸ ਕਵਿਤਾ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ BCA ਸਮੈਸਟਰ ਤੀਸਰੇ ਦੇ ਸਮੈਸਟਰ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕਵਿਤਾ ਹੈ। ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸੰਖੇਪ ਵਿੱਚ ਧਨੀ ਰਾਮ ਚਾਤ੍ਰਿਕ ਬਾਰੇ ਗੱਲ ਕਰਾਂਗੀ। ਧਨੀ ਰਾਮ ਚਾਤ੍ਰਿਕ ਨੇ ਆਰੰਭ ਵਿੱਚ ਕਿੱਸਿਆਂ ਦੀ ਰਚਨਾ ਵੀ ਕੀਤੀ, ਫਿਰ ਪੰਜਾਬੀ ਜੀਵਨ, ਸੱਭਿਆਚਾਰ ਤੇ ਭਾਰਤੀ ਇਤਿਹਾਸ ਮਿਥਿਹਾਸ ਦੇ ਚਿੱਤਰਣ ਵਾਲੀ ਭਰਪੂਰ ਕਾਵਿ ਰਚਨਾ ਕੀਤੀ ਅਤੇ ਨਵੀਂ ਵਿਚਾਰਧਾਰਾ ਵਾਲੀ ਕਵਿਤਾ ਵੀ ਲਿਖੀ। ਚਾਤ੍ਰਿਕ ਦੀ ਕਵਿਤਾ ਦਾ ਰੂਪਕ ਪੱਖ ਬਹੁਤ ਪਕੇਰਾ ਤੇ ਪ੍ਰਭਾਵਸ਼ਾਲੀ ਹੈ। ਉਸ ਦੇ ਪ੍ਰਸਿੱਧ ਕਾਵਿ ਸੰਗ੍ਰਹਿ ਹਨ ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ ਅਤੇ ਸੂਫੀਖਾਨਾ ਆਦਿ। ਮਗਰਲੀ ਰਚਨਾ ਵਿੱਚ ਸੂਫੀ ਵਿਚਾਰਧਾਰਾ ਦਾ ਬਹੁਤ ਪ੍ਰਭਾਵ ਹੈ, ਪਰ ਮੁੱਖ ਰੂਪ ਵਿੱਚ ਆਪ ਸਰਬ ਸਾਂਝੀਵਾਲਤਾ ਅਤੇ ਪ੍ਰਕਿਰਤੀ ਦੇ ਰੰਗ ਵਿੱਚ ਰੰਗੇ ਹੋਏ ਕਵੀ ਸਨ। ਚਾਤ੍ਰਿਕ ਦੀ ਕਵਿਤਾ ਲੋਕ ਮੁਹਾਵਰੇ ਦੇ ਬਹੁਤ ਨੇੜੇ ਹੈ ਅਤੇ ਇਸ ਦੀ ਛੰਦਾਬੰਦੀ, ਰਸ ਤੇ ਸੰਗੀਤ ਬੜਾ ਉੱਤਮ ਦਰਜੇ ਦਾ ਹੈ। ਸਾਹਿਤ ਰਚਨਾ ਤੋਂ ਇਲਾਵਾ ਆਪ ਨੇ ਗੁਰਮੁਖੀ ਅੱਖਰਾਂ ਦੀ ਫਾਊਂਡਰੀ ਦਾ ਨਿਰਮਾਣ ਕੀਤਾ। ਸੁਦਰਸ਼ਨ ਪ੍ਰੈਸ ਅਤੇ ਪੰਜਾਬੀ ਸਾਹਿਤ ਸਭਾ ਦੀ ਸਥਾਪਨਾ ਕੀਤੀ। ਇਸ ਤਰ੍ਹਾਂ ਆਪ ਦਾ ਬਹੁਪੱਖੀ ਯੋਗਦਾਨ ਸੀ। ਕਵਿਤਾ ਇਸ ਤਰ੍ਹਾਂ ਹੈ। ਉਦੋਂ ਕਾਹਾਂ ਦੀ ਗੱਲ ਸੁਣਾ ਸਾਨੂੰ, ਕਾਹਨੂੰ ਚਿਣ ਗੁਚਵਾਤੀਆਂ ਲਾਈਆਂ ਨੀ। ਮਸਾਂ ਮਸਾਂ ਸੰਨ 18 ਘਾਉ ਲੱਗੇ, ਨਵੀਆਂ ਨਛੱਤਰਾਂ ਆਣ ਚਲਾਈਆਂ ਨੀ। ਅਸਾਂ ਕਾਲਜਾ ਘੁੱਟ ਕੇ ਬਹਿ ਗਏ ਸਾਂ, ਮੁੜ ਕੇ ਸੁੱਤੀਆਂ ਕਲਾਂ ਜਗਾਈਆਂ ਨੀ। ਤੇਰੇ ਗਿਆਨ ਦੀ ਪੁੜੀ ਨਹੀਂ ਕਾਟ ਕਰਦੀ, ਐਨਾ ਪੀੜਾਂ ਦੀਆਂ ਹੋਰ ਦਵਾਈਆਂ ਨੀ। ਆਪ ਆਉਣ ਦੀ ਨਹੀਂ ਜੇ ਨੀਤ ਉਸਦੀ, ਕਾਹਨੂੰ ਗੋਗਲੂ ਤੋਂ ਮਿੱਟੀ ਝਾੜਦਾ ਹੈ। ਜੇਕਰ ਅੱਗ ਨੂੰ ਨਹੀਂ ਬੁਝਾਉਣਾ ਜੋਗਾ, ਪਾਪਾ ਤੇਲ ਕਿਉਂ ਸਾੜਿਆਂ ਨੂੰ ਸਾੜਦਾ ਏ। ਇਸ ਵਿੱਚ ਕੰਸ ਨੂੰ ਮਾਰਨ ਬਾਅਦ ਕ੍ਰਿਸ਼ਨ ਜੀ ਮਥੁਰਾ ਚਲੇ ਜਾਂਦੇ ਹਨ। ਇਸ ਕਵਿਤਾ ਵਿੱਚ ਇਹ ਗੱਲ ਕੀਤੀ ਹੈ। ਉਸ ਦੇ ਪਿਆਰ ਵਿੱਚ ਰਾਧਾ ਤੇ ਹੋਰ ਗੋਪੀਆਂ ਤੜਫਦੀਆਂ ਹਨ। ਫਿਰ ਕ੍ਰਿਸ਼ਨ ਆਪਣੇ ਮਿੱਤਰ ਉਦੋ ਨੂੰ ਗੋਕੁਲ ਭੇਜਦੇ ਹਨ ਤਾਂ ਜੋ ਉਹ ਗੋਪੀਆਂ ਤੇ ਰਾਧਾ ਨੂੰ ਸਮਝਾ ਸਕੇ, ਪਰ ਰਾਧਾ ਤਾਂ ਕ੍ਰਿਸ਼ਨ ਦੇ ਪਿਆਰ ਵਿੱਚ ਝੱਲੀ ਹੋਈ ਪਈ ਸੀ। ਉਹ ਉਦੋਂ ਅੱਗੇ ਵਿਚਾਰਧੀਨ ਕਵਿਤਾ ਵਿੱਚ ਆਪਣੇ ਮਨ ਵਿਚਲੀਆਂ ਭਾਵਨਾਵਾਂ ਪ੍ਰਗਟਾਉਂਦੀ ਹੈ। ਇਹਨਾਂ ਭਾਵਨਾਵਾਂ ਵਿੱਚੋਂ ਬਿਰਹਾ ਤੇ ਤੜਫ ਦੇ ਭਾਵ ਝਲਕਦੇ ਹਨ। ਰਾਧਾ ਉਦੋਂ ਨੂੰ ਸੰਬੋਧਨ ਕਰਕੇ ਕਹਿੰਦੀ ਕਿ ਉਹ ਉਹਨਾਂ ਨੂੰ ਕ੍ਰਿਸ਼ਨ ਬਾਰੇ ਕੋਈ ਗੱਲ ਸੁਣਾਵੇ। ਉਹ ਤਾਂ ਆਪਣੀਆਂ ਗੱਲਾਂ ਨਾਲ ਉਹਨਾਂ ਦੇ ਮਨ ਵਿਚਲੇ ਬਿਰਹਾ ਦੇ ਭਾਵ ਭੜਕਾ ਰਿਹਾ ਹੈ। ਉਹਨਾਂ ਦੇ ਲੱਗੇ ਵਿਛੋੜੇ ਦੇ ਜ਼ਖਮ ਹੌਲੀ ਹੌਲੀ ਠੀਕ ਹੋਣ ਲੱਗੇ ਸਨ, ਪਰ ਉਸ ਨੇ ਆ ਕੇ ਨਵੀਆਂ ਨਛੱਤਰਾਂ ਚਲਾ ਦਿੱਤੀਆਂ ਹਨ। ਉਹ ਤਾਂ ਸਬਰ ਕਰਕੇ ਬੈਠ ਗਈਆਂ ਸਨ, ਪਰ ਉਸ ਨੇ ਸੁੱਤੀਆਂ ਕਲਾਂ ਜਗਾ ਦਿੱਤੀਆਂ ਹਨ। ਅਰਥਾਤ ਉਹਨਾਂ ਦੇ ਮਨ ਅੰਦਰ ਇੱਕ ਵਾਰ ਫਿਰ ਨਵੇਂ ਸਿਰਿਓਂ ਕ੍ਰਿਸ਼ਨ ਦਾ ਪਿਆਰ ਜਾਗ ਪਿਆ। ਉਸ ਦੁਆਰਾ ਦਿੱਤੀ ਗਈ
ਗਿਆਨ ਰੂਪੀ ਦਵਾਈ ਦੀ ਪੁੜੀ ਉਹਨਾਂ ਦੀ ਬਿਰਹਾ ਦੀ ਬਿਮਾਰੀ ਨੂੰ ਖਤਮ ਕਰਨ ਤੋਂ ਅਸਮਰਥ ਹੈ। ਜਿਹੜੀ ਪੀੜ ਉਹ ਹੰਢਾ ਰਹੀਆਂ ਹਨ, ਉਸ ਦੀ ਦਵਾਈ ਕੋਈ ਹੋਰ ਹੀ ਹੈ। ਜੇਕਰ ਕ੍ਰਿਸ਼ਨ ਦੀ ਖੁਦ ਆਉਣ ਦੀ ਨੀਅਤ ਨਹੀਂ ਹੈ ਤਾਂ ਉਹ ਉਹਨਾਂ ਦਾ ਝੂਠਾ ਦਿਲ ਰੱਖਣ ਦਾ ਯਤਨ ਕਿਉਂ ਕਰ ਰਿਹਾ ਹੈ? ਜੇਕਰ ਉਹ ਉਹਨਾਂ ਦੇ ਦਿਲ ਦੀ ਅਗਨੀ ਨਹੀਂ ਬੁਝਾ ਸਕਦਾ ਤਾਂ ਇਸ ਅਗਨੀ ਨੂੰ ਤੇਲ ਪਾ ਕੇ ਕਿਉਂ ਭੜਕਾ ਰਿਹਾ ਹੈ? ਨੈਕਸਟ ਹੈ, ਉਸ ਨੂੰ ਆਖ ਅੱਖੀਂ ਆ ਕੇ ਦੇਖ ਜਾਏ, ਸਾਨੂੰ ਕੁੰਜ ਦੇ ਵਾਂਗ ਕੁਰਲਾਉਂਦਿਆਂ ਨੂੰ, ਵਾਹਾਂ ਵਹਿੰਦਿਆਂ ਔਸੀਆਂ ਪਾਉਂਦਿਆਂ ਨੂੰ, ਤਾਰੇ ਗਿਣ ਗਿਣ ਕੇ ਰਾਤਾਂ ਲੰਘਾਉਂਦਿਆਂ ਨੂੰ, ਸਾਂਗਾਂ ਸਹਿੰਦਿਆਂ ਜਿੰਦ ਲੁੜਛਾਉਂਦਿਆਂ ਨੂੰ, ਕੁਲ ਕੁਲ ਹਿਜਰ ਵਿੱਚ ਮੁੱਕਦਿਆਂ ਜਾਂਦਿਆਂ ਨੂੰ, ਫੁੱਟ ਗਿਆ ਨਸੀਬ ਤੇ ਝੁਰਦਿਆਂ ਨੂੰ, ਘਰੋਂ ਕੱਢ ਬਰਕਤਾਂ ਪਛਤਾਉਂਦਿਆਂ ਨੂੰ। ਤੂੰ ਤਾਂ ਮੱਥਰਾਂ ਦੀਆਂ ਕੁੰਜੀਆਂ ਸਾਂਭ ਬੈਠੋ, ਇੱਧਰ ਗੋਕਲ ਨੂੰ ਵੱਜ ਗਏ ਜੰਦਰੇ ਵੇ। ਜਾ ਕੇ ਘਰ ਵੱਲ ਮੁੜਨ ਦੀ ਜਾਂਚ ਭੁੱਲ ਗਈ, ਨਿਕਲ ਗਿਓ ਕਿਹੜੇ ਵਾਰ ਚੰਦਰੇ ਵੇ। ਰਾਧਾ ਉਦੋਂ ਨੂੰ ਸੰਬੋਧਨ ਕਰਕੇ ਆਪਣਾ ਸੁਨੇਹਾ ਦਿੰਦੀ ਹੈ ਕਿ ਉਹ ਜਾ ਕੇ ਕ੍ਰਿਸ਼ਨ ਨੂੰ ਕਹੇ ਕਿ ਕ੍ਰਿਸ਼ਨ ਇੱਕ ਵਾਰ ਆ ਕੇ ਉਹਨਾਂ ਨੂੰ ਵੇਖ ਜਾਵੇ। ਉਹ ਕ੍ਰਿਸ਼ਨ ਦੇ ਵਿਛੋੜੇ ਵਿੱਚ ਕੂੰਜ ਵਾਂਗ ਤੜਫ ਰਹੀ ਹੈ। ਉਹ ਹਮੇਸ਼ਾ ਕ੍ਰਿਸ਼ਨ ਦੇ ਆਉਣ ਵਾਲੀ ਰਾਹ ਵੇਖਦੀ ਰਹਿੰਦੀ ਹੈ ਤੇ ਸਮਾਂ ਬਿਤਾਉਣ ਲਈ, ਕ੍ਰਿਸ਼ਨ ਦੇ ਮਿਲਾਪ ਲਈ ਔਸੀਆਂ ਪਾਉਂਦੀ ਹੈ। ਉਹ ਤਾਂ ਰਾਤਾਂ ਤਾਰੇ ਗਿਣ ਗਿਣ ਕੇ ਲੰਘਾਉਂਦੀ ਹੈ। ਇੰਜ ਉਹ ਵਿਛੋੜੇ ਦੀਆਂ ਸਾਂਗਾਂ ਬਰਦਾਸ਼ਤ ਕਰਦੀ ਹੋਈ ਆਪਣੀ ਜ਼ਿੰਦਗੀ ਨੂੰ ਤੜਫਾ ਰਹੀ ਹੈ। ਉਹ ਉਸ ਦੇ ਵਿਛੋੜੇ ਵਿੱਚ ਘੁਲ ਘੁਲ ਕੇ ਮੌਤ ਦੇ ਨੇੜੇ ਹੁੰਦੀ ਜਾ ਰਹੀ ਹੈ। ਉਹ ਤਾਂ ਆਪਣੀ ਬੁਰੀ ਕਿਸਮਤ ਉੱਤੇ ਪਛਤਾ ਰਹੀ ਹੈ। ਉਸਨੇ ਕਿਉਂ ਆਪਣੇ ਘਰੋਂ ਰੌਣਕ ਨੂੰ ਜਾਣ ਦਿੱਤਾ? ਕ੍ਰਿਸ਼ਨ ਨੇ ਤਾਂ ਮਥੁਰਾ ਦਾ ਰਾਜ ਪਾਟ ਸਾਂਭ ਲਿਆ ਹੈ, ਪਰ ਉਸਦੀ ਗੈਰ ਹਾਜ਼ਰੀ ਵਿੱਚ ਗੋਕਲ ਦੀ ਸਾਰੀ ਰੌਣਕ ਤੇ ਚਹਿਲ ਪਹਿਲ ਦਾ ਖਾਤਮਾ ਹੋ ਗਿਆ ਹੈ। ਉਹ ਪਤਾ ਨਹੀਂ ਕਿਹੜੇ ਬੁਰੇ ਦਿਨ ਘਰੋਂ ਗਿਆ ਸੀ ਕਿ ਵਾਪਸ ਘਰ ਆਉਣ ਬਾਰੇ ਹੀ ਭੁੱਲ ਗਿਆ ਹੈ। ਇਸ ਹਾਲਤ ਵਿੱਚ ਰਾਧਾ ਕ੍ਰਿਸ਼ਨ ਨਾਲ ਮਿਲਾਪ ਲਈ ਤੜਫ ਰਹੀ ਹੈ। ਨੈਕਸਟ ਹੈ, ਗੱਲਾਂ ਨਾਲ ਕੀ ਪਿਆਂ ਪਰਚਾਉਂਦਾ ਏ, ਉਸਦੇ ਪਿਆਰ ਨੂੰ ਅਸਾਂ ਪਰਤਾ ਲਿਆ ਹੈ। ਮਾਰੇ ਕੁਬਜਾ ਹੀ ਹਿੱਕੇ ਇਹ ਗਿਆਨ ਗੋਲੀ, ਬੂਹੇ ਵੜਦਿਆਂ ਜਿਹਨੇ ਭਰਮਾ ਲਿਆ ਹੈ। ਉਦੋਂ ਕੋਰੜੂ ਮੋਠ ਵਿੱਚ ਮੋਹ ਪਾ ਕੇ ਅਸਾਂ ਆਪਣਾ ਆਪ ਗੁਆ ਲਿਆ ਹੈ। ਦੁੱਖਾਂ ਪੀ ਲਿਆ, ਗਮਾਂ ਨੇ ਖਾ ਲਿਆ, ਕੁੰਦਨ ਦੇਹੀ ਨੂੰ ਰੋਗ ਜਿਹਾ ਲਾ ਲਿਆ ਹੈ। ਇਹਨਾਂ ਤਿਲਾਂ ਵਿੱਚ ਤੇਲ ਹੁਣ ਜਾਪਦਾ ਨਹੀਂ, ਸਾਰਾ ਹੀਜ ਪਿਆਜ਼ ਮੈਂ ਢੋ ਲਿਆ ਹੈ। ਹੱਛਾ ਸੁੱਖ ਜਿੱਥੇ ਜਾਏ ਘੁੱਗ ਵਸੇ, ਸਾਡੇ ਦਿਲੋਂ ਵੀ ਕਿਸੇ ਨੇ ਖੋਹ ਲਿਆ ਹੈ। ਰਾਧਾ ਨੂੰ ਸਮਝਾਉਣ ਪਹੁੰਚੇ ਉਦੋਂ ਨੂੰ ਉਲਟਾ ਰਾਧਾ ਸੰਬੋਧਨ ਕਰਕੇ ਕਹਿੰਦੀ ਹੈ ਕਿ ਕ੍ਰਿਸ਼ਨ ਦੁਆਰਾ ਭੇਜੇ ਸੁਨੇਹੇ ਨਾਲ ਉਹ ਉਹਨਾਂ ਨੂੰ ਸਿਰਫ ਭਰਮ ਵਿੱਚ ਪਾ ਰਿਹਾ ਹੈ। ਕ੍ਰਿਸ਼ਨ ਦੁਆਰਾ ਦਿੱਤਾ ਉਪਦੇਸ਼ ਸਿਰਫ ਗੱਲਾਂ ਹੀ ਹਨ, ਜਿਨ੍ਹਾਂ ਨਾਲ ਉਹਨਾਂ ਦਾ ਬਿਰਹਾ ਭਾਵ ਵਿਛੋੜਾ ਦੂਰ ਨਹੀਂ ਹੋ ਸਕਦਾ। ਅਸਲੀਅਤ ਇਹ ਹੈ ਕਿ ਉਹਨਾਂ ਨੇ ਕ੍ਰਿਸ਼ਨ ਦੇ ਪਿਆਰ ਨੂੰ ਅਜ਼ਮਾ ਕੇ ਦੇਖ ਲਿਆ ਹੈ। ਉਹ ਗਿਆਨ ਉਪਦੇਸ਼ ਦੀਆਂ ਗੱਲਾਂ ਦੀ ਅਜ਼ਮਾਇਸ਼ ਕੁਬਜਾ ਉੱਤੇ ਕਰੇ, ਜਿਸ ਨੇ ਕ੍ਰਿਸ਼ਨ ਨੂੰ ਮਥੁਰਾ ਦੇ ਵਿੱਚ ਵੜਦਿਆਂ ਹੀ ਆਪਣੇ ਭਰਮ ਜਾਲ ਵਿੱਚ ਫਸਾ ਲਿਆ ਹੈ। ਉਹਨਾਂ ਲਈ ਤਾਂ ਕ੍ਰਿਸ਼ਨ
ਇੱਕ ਕੋਰੜੂ ਮੋਠ ਸਮਾਨ ਹੈ, ਜਿਸ ਵਿੱਚ ਉਹਨਾਂ ਮੋਹ ਪਾ ਕੇ ਆਪਣਾ ਆਪ ਗੁਆ ਲਿਆ ਹੈ। ਉਹਨਾਂ ਨੂੰ ਦੁੱਖਾਂ ਨੇ ਪੀੜਾ ਹੈ ਤੇ ਗਮਾਂ ਨੇ ਖਾਧਾ ਹੈ। ਅਜਿਹਾ ਹੋਣ ਨਾਲ ਉਹਨਾਂ ਦੀ ਸੋਨੇ ਵਰਗੀ ਦੇਹ ਰੋਗ ਗ੍ਰਸਤ ਹੋ ਗਈ ਹੈ। ਇਹਨਾਂ ਗੱਲਾਂ ਦਾ ਕ੍ਰਿਸ਼ਨ ਉੱਪਰ ਕੋਈ ਅਸਰ ਨਹੀਂ ਹੈ, ਕਿਉਂਕਿ ਹੁਣ ਤਿਲਾਂ ਵਿੱਚ ਤੇਲ ਨਹੀਂ ਜਾਪਦਾ। ਉਹਨਾਂ ਨੇ ਤਾਂ ਕ੍ਰਿਸ਼ਨ ਦਾ ਸਾਰਾ ਭੇਤ ਪ੍ਰਾਪਤ ਕਰ ਲਿਆ ਹੈ। ਉਸ ਨੂੰ ਕ੍ਰਿਸ਼ਨ ਦੁਆਰਾ ਕੀਤੀ ਬੇਵਫਾਈ ਉੱਤੇ ਵੀ ਕੋਈ ਗੁੱਸਾ ਨਹੀਂ ਹੈ। ਉਸ ਦੀ ਇੱਛਾ ਤਾਂ ਇਹ ਹੈ ਕਿ ਉਹ ਜਿੱਥੇ ਵੀ ਰਹੇ ਸਦਾ ਖੁਸ਼ ਰਹੇ। ਪਰ ਜਿਹੜਾ ਪਿਆਰ ਮੇਰੇ ਦਿਲ ਵਿੱਚ ਉਸ ਪ੍ਰਤੀ ਹੈ, ਉਹ ਕਦੇ ਵੀ ਖਤਮ ਨਹੀਂ ਹੋਵੇਗਾ, ਭਾਵੇਂ ਉਹ ਕਿੰਨੀਆਂ ਬੇਵਫਾਈਆਂ ਕਰੇ। ਨੈਕਸਟ ਹੈ, ਆਖੀ ਕੱਚਿਆਂ ਸੱਚ ਨੂੰ ਲਾਜ ਲਾਈਓ, ਸੁਖਨ ਪਾਲਣੋਂ ਵੀ ਬਸ ਰਹਿ ਗਿਓ ਵੇ। ਕਾਲੇ ਭੋਰ ਦੀ ਬਾਣ ਨਾ ਗਈ ਤੇਰੀ, ਜਿੱਥੇ ਫੁੱਲ ਡਿੱਟਾ ਉੱਥੇ ਬਹਿ ਗਿਓ ਵੇ। ਸਾਨੂੰ ਗਿਆਨ ਦੇ ਖੂਹਾਂ ਵਿੱਚ ਦੇ ਧੱਕੇ, ਆਪ ਮਾਲਣ ਦੇ ਰੋੜ ਵਿੱਚ ਵਹਿ ਗਿਓ ਵੇ। ਡੰਗਰ ਚਾਰਦਾ ਵੜ ਗਿਓ ਸ਼ੀਸ਼ ਮਹਿਲੀ, ਘੋਟ ਘੋਟ ਗੱਲਾਂ ਕਰਨ ਡਹਿ ਗਿਓ ਵੇ। ਹੱਛਾ ਕੰਸ ਦੀਆਂ ਗੱਦੀਆਂ ਸਾਂਭੀਆਂ ਨੀ, ਸਾਡੇ ਨਾਲ ਵੀ ਅੰਗ ਕੁਝ ਪਾਲ ਛੱਡ ਦੋ। ਕੋਈ ਮਹਿਲਾਂ ਦੀਆਂ ਲੂਹਲਾਂ ਨਹੀਂ ਲਾ ਖੜਦਾ, 2 ਦਿਨ ਸਾਨੂੰ ਵੀ ਧੌਲਰ ਵਿਖਾਲ ਛੱਡ ਦੋ। ਰਾਧਾ ਉਦੋਂ ਨੂੰ ਸੰਬੋਧਨ ਕਰਕੇ ਕਹਿੰਦੀ ਹੈ ਕਿ ਉਹ ਜਾ ਕੇ ਕ੍ਰਿਸ਼ਨ ਨੂੰ ਦੱਸੇ ਕਿ ਉਹ ਕੱਚਾ ਅਰਥਾਤ ਉਹ ਝੂਠਾ ਹੈ ਤੇ ਉਸਨੇ ਸੱਚ ਨੂੰ ਬੇਇੱਜ਼ਤ ਕੀਤਾ ਹੈ। ਉਹ ਤਾਂ ਆਪਣੇ ਦੁਆਰਾ ਕੀਤੇ ਵਚਨ ਨੂੰ ਨਿਭਾਉਣ ਤੋਂ ਵੀ ਇਨਕਾਰੀ ਹੋ ਗਿਆ ਹੈ। ਉਸ ਦੀ ਕਾਲੇ ਭੌਰ ਵਰਗੀ ਵੱਖ-ਵੱਖ ਫੁੱਲਾਂ ਉੱਤੇ ਘੁੰਮਣ ਦੀ ਆਦਤ ਨਹੀਂ ਗਈ, ਤਾਂ ਜਿੱਥੇ ਫੁੱਲ ਵੇਖਦਾ ਹੈ ਉੱਥੇ ਹੀ ਬੈਠ ਜਾਂਦਾ ਹੈ। ਉਹ ਉਹਨਾਂ ਨੂੰ ਤਾਂ ਗਿਆਨ ਦੀਆਂ ਗੱਲਾਂ ਦਾ ਉਪਦੇਸ਼ ਦਿੰਦਾ ਹੈ ਤੇ ਖੁਦ ਕੁਬਜਾ ਮਾਲਣ ਦੇ ਰੋੜ ਵਿੱਚ ਵਹਿ ਗਿਆ ਹੈ। ਉਸਨੇ ਕੁੱਬੀ ਮਾਲਣ ਲਈ ਇਸ਼ਕ ਲਗਾਉਣ ਲੱਗਿਆਂ ਕੋਈ ਪਰਖ ਪੜਤਾਲ ਨਹੀਂ ਕੀਤੀ। ਉਹ ਤਾਂ ਪਸ਼ੂ ਚਰਾਉਣ ਵਾਲਾ ਚਰਵਾਹਾ ਹੈ, ਪਰ ਸਮੇਂ ਦੇ ਚੱਕਰ ਨਾਲ ਸੀਸ ਮਹਿਲ ਵਿੱਚ ਪ੍ਰਵੇਸ਼ ਪਾ ਗਿਆ ਹੈ ਤੇ ਉੱਥੇ ਬੈਠ ਕੇ ਉਪਦੇਸ਼ ਤੇ ਗਿਆਨ ਦੀਆਂ ਗੱਲਾਂ ਕਰਨ ਲੱਗ ਪਿਆ ਹੈ। ਅਸਲੀਅਤ ਇਹ ਹੈ ਕਿ ਉਸ ਨੇ ਕੰਸ ਨੂੰ ਮਾਰਨ ਤੋਂ ਬਾਅਦ ਉਸ ਦਾ ਰਾਜ ਪਾਟ ਸੰਭਾਲਿਆ ਹੈ। ਉਸ ਨੂੰ ਚਾਹੀਦਾ ਸੀ ਕਿ ਉਹ ਉਹਨਾਂ ਨਾਲ ਵੀ ਥੋੜ੍ਹਾ ਸਾਥ ਨਿਭਾਉਂਦਾ। ਜੇਕਰ ਉਹ ਕੁਝ ਸਮੇਂ ਲਈ ਮਹਿਲ ਵਿੱਚ ਜਾਂਦੀਆਂ ਤਾਂ ਉਹਨਾਂ ਨੇ ਮਹਿਲ ਵਿਚਲੀਆਂ ਕੀਮਤੀ ਚੀਜ਼ਾਂ ਉਤਾਰ ਨਹੀਂ ਲਿਆਉਣੀਆਂ ਸਨ। ਨੈਕਸਟ, ਆਖੀ ਪ੍ਰੇਮ ਏ ਪਿਛਾਂਹ ਨਹੀਂ ਮੁੜਨ ਜੋਗਾ, ਬੇੜੇ ਸਿਦਕ ਦੇ ਠਿਲਦੇ ਰਹਿਣਗੇ ਵੇ। ਇਹਨਾਂ ਨਵਾਂ ਤੋਂ ਮਾਸ ਨਹੀਂ ਵੱਖ ਹੋਣਾ, ਜਦ ਤੱਕ ਚੰਦ ਸੂਰਜ ਚੜ੍ਹਨ ਲਹਿਣਗੇ ਵੇ। ਇਸ ਇਸ਼ਕ ਦੀ ਛਿੜੇਗੀ ਵਾਰ ਮਹੀਆਂ, ਜਿੱਥੇ 4 ਬੰਦੇ ਰਲ ਕੇ ਬਹਿਣਗੇ ਵੇ। ਕੜੀਆਂ ਕੁਬਜਾ ਜਾਂ ਕਿਸੇ ਨਹੀਂ ਨਾਉ ਲੈਣਾ, ਰਾਧਾ ਆਖ ਪਿੱਛੋਂ ਕ੍ਰਿਸ਼ਨ ਕਹਿਣਗੇ ਵੇ। 360 ਜੁੜ ਪਏ ਗੀ ਨਾਰ ਤੈਨੂੰ, ਜਮ ਜਮ ਹੋਣ ਪੈ ਦੂਣ ਇਕਬਾਲ ਤੇਰੇ। ਪਰਲੋ ਤੀਕ ਪਰ ਮੰਦਰਾਂ ਵਿੱਚ ਚਾਤਰਿਕ, ਇਸ ਬੰਦੀ ਨੇ ਵਸਣਾ ਏ ਤੇਰੇ ਨਾਲ ਵੇ। ਰਾਧਾ ਉਦੋਂ ਨੂੰ ਸੰਬੋਧਨ ਕਰਕੇ ਕਹਿੰਦੀ ਹੈ ਕਿ ਉਹ ਕ੍ਰਿਸ਼ਨ ਨੂੰ ਜਾ ਕੇ ਦੱਸੇ ਕਿ ਰਾਧਾ ਵੱਲੋਂ ਲਗਾਇਆ ਪਿਆਰ ਕੱਚਾ ਨਹੀਂ ਹੈ, ਭਾਵ ਝੂਠਾ ਨਹੀਂ ਹੈ। ਇਹ ਪਿਆਰ ਕ੍ਰਿਸ਼ਨ ਨਾਲੋਂ
ਟੁੱਟ ਨਹੀਂ ਸਕਦਾ ਤੇ ਨਾ ਹੀ ਪਿੱਛੇ ਮੁੜਨ ਵਾਲਾ ਹੈ। ਉਹ ਤਾਂ ਸਿਦਕ ਦੀ ਬੇੜੀ ਵਿੱਚ ਬੈਠੀ ਇਸ ਪਿਆਰ ਨੂੰ ਨਿਭਾਉਣ ਲਈ ਯਤਨਸ਼ੀਲ ਰਹੇਗੀ। ਉਹ ਸਾਰਾ ਯਤਨ ਕਰੇਗੀ ਕਿ ਪਿਆਰ ਦੀ ਬੇੜੀ ਕਦੇ ਪਿੱਛੇ ਨਾ ਮੁੜੇ। ਸਰੀਰ ਦੇ ਨਹੁੰਆਂ ਤੋਂ ਮਾਸ ਕਦੇ ਵੱਖ ਨਹੀਂ ਹੋਵੇਗਾ। ਇਹਨਾਂ ਦੀ ਹੋਂਦ ਉਸ ਸਮੇਂ ਤੱਕ ਕਾਇਮ ਰਹੇਗੀ ਜਦੋਂ ਤੱਕ ਚੰਨ ਸੂਰਜ ਚੜ੍ਹਦੇ ਤੇ ਛਿਪਦੇ ਰਹਿਣਗੇ। ਅਰਥਾਤ ਕ੍ਰਿਸ਼ਨ ਨਾਲ ਰਾਧਾ ਦਾ ਪਿਆਰ ਸਦਾ ਰਹਿਣ ਵਾਲਾ ਹੈ। ਜਿੱਥੇ ਕਿਤੇ ਚਾਰ ਵਿਅਕਤੀ ਇਕੱਠੇ ਹੋਣਗੇ ਉੱਥੇ ਹੀ ਉਹਨਾਂ ਦੋਵਾਂ ਦੀ ਪਿਆਰ ਕਹਾਣੀ ਦੀ ਚਰਚਾ ਹੋਵੇਗੀ। ਇਸ ਹਾਲਤ ਵਿੱਚ ਕੋਈ ਵੀ ਕੁੱਬੀ ਮਾਲਣ ਦਾ ਨਾਂ ਨਹੀਂ ਲਵੇਗਾ, ਸਗੋਂ ਪਹਿਲਾਂ ਰਾਧਾ ਦਾ ਨਾਂ ਲਿਆ ਜਾਵੇਗਾ ਤੇ ਪਿੱਛੋਂ ਸ਼੍ਰੀ ਕ੍ਰਿਸ਼ਨ ਦਾ ਨਾਂ ਲਿਆ ਜਾਵੇਗਾ। ਅਰਥਾਤ ਲੋਕ ਰਾਧਾ ਕ੍ਰਿਸ਼ਨ ਕਿਹਾ ਕਰਨਗੇ, ਭਾਵੇਂ ਉਸਨੂੰ 360 ਔਰਤਾਂ ਦਾ ਸਾਥ ਪ੍ਰਾਪਤ ਹੋ ਜਾਵੇ ਤੇ ਉਸ ਦੀ ਖੁਸ਼ਨਸੀਬੀ ਦੁੱਗਣੀ ਵੱਧ ਜਾਵੇ, ਪਰ ਰਹਿੰਦੀ ਦੁਨੀਆ ਤੱਕ ਰਾਧਾ ਦਾਸੀ ਹੀ ਉਸ ਨਾਲ ਮੰਦਰਾਂ ਵਿੱਚ ਰਹੇਗੀ। ਅਰਥਾਤ ਰਾਧਾ ਤੇ ਕ੍ਰਿਸ਼ਨ ਦਾ ਪਿਆਰ ਅਟੁੱਟ ਹੈ। ਧੰਨਵਾਦ।